ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਡੰਡੋਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਾਧ ਸੰਗਤ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੇ ਦਇਆ ਕਰਕੇ ਭਾਈ ਜੀਵ ਨੂੰ ਸੰਸਾਰ ਦੇ ਵਿੱਚ ਭੇਜਿਆ ਤੇ ਜੀਵ ਨੇ ਵਾਅਦਾ ਕੀਤਾ ਕਿ ਮੈਂ ਸੰਸਾਰ ਦੇ ਵਿੱਚ ਪਰਮਾਤਮਾ ਦਾ ਨਾਮ ਜਪੂੰਗਾ, ਸੇਵਾ ਕਰੂੰਗਾ, ਸਿਮਰਨ ਕਰੂੰਗਾ, ਪਰਉਪਕਾਰ ਕਰੂੰਗਾ। ਤੋ ਮਹਾਰਾਜ ਕਹਿੰਦੇ ਕਿ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨੁਖ ਦੇਹੀ ਪਾਈ। ਇਸ ਦੇਹੀ ਕੋ ਸਿਮਰੇ ਦੇਵ ਸਾ ਦੇਹੀ ਭਜ ਹਰ ਕੀ ਸੇਵ। ਤੋ ਭਾਈ ਇਸ ਮਨੁੱਖਾ ਦੇਹੀ ਨੂੰ ਦੇਵਤੇ ਵੀ ਲੋਚਦੇ ਨੇ ਕਿ ਇਸ ਮਨੁੱਖਾ ਦੇਹੀ ਦੇ ਵਿੱਚ ਹੀ ਗਿਆਨ ਪ੍ਰਾਪਤ ਹੁੰਦਾ, ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਤੋ ਗੁਰੂ ਮਹਾਰਾਜ ਇਹੋ ਹੀ ਉਪਦੇਸ਼ ਕਰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਚਾ ਨਾਮ ਮੇਰਾ ਆਧਾਰੋ। ਸਾਧ ਸੰਗਤ, ਜਿਵੇਂ ਸਰੀਰ ਦਾ ਆਹਾਰ ਜਿਹੜਾ ਉਹ ਵੱਖਰਾ ਹੁੰਦਾ, ਜੀਵ ਦਾ ਆਹਾਰ ਵੱਖਰਾ ਹੁੰਦਾ। ਸਰੀਰ ਨੂੰ ਪੁਸ਼ਟ ਕਰਨ ਵਾਸਤੇ ਸਵਾਦਿਸ਼ਟ ਸੰਤੁਲਨ ਭੋਜਨ ਚਾਹੀਦਾ ਤੇ ਜੀਵ ਆਤਮਾ ਨੂੰ ਸੰਤੁਸ਼ਟ ਕਰਨ ਵਾਸਤੇ ਸ਼ੁਭ ਸੰਸਕਾਰ ਚਾਹੀਦੇ ਨੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਤੋ ਪਰਮੇਸ਼ਰ ਪਰਮਾਤਮਾ ਜੀ ਦੇ ਜਿਹੜੇ ਵੱਡੇ ਗੁਣ ਨੇ ਇਹਨਾਂ ਨੂੰ ਧਾਰਨ ਕਰਕੇ ਤੇ ਭਾਈ ਜੀਵ ਆਤਮਾ ਨੂੰ ਪੁਸ਼ਟ ਕੀਤਾ ਜਾਂਦਾ। ਤਾਂ ਗੁਰੂ ਮਹਾਰਾਜ ਇੱਥੇ ਹੀ ਉਪਦੇਸ਼ ਕਰਦੇ ਨੇ ਕਿ ਜਿਹੜਾ ਸੱਚ ਆ ਇਹ ਸਾਡਾ ਆਧਾਰ ਆ। ਸੇਵਾ ਸਿਮਰਨ ਪਰਉਪਕਾਰ ਦਇਆ ਭਾਵਨਾ ਇਹੋ ਹੀ ਆਧਾਰ ਆ। ਪਰਮੇਸ਼ਰ ਪਰਮਾਤਮਾ ਜੀ ਦੇ ਪਿਆਰੇ ਦਾ ਇਹੋ ਹੀ ਜੀਵਨ ਹੁੰਦਾ। ਆਖਾਂ ਜੀਵਾਂ ਵਿਸਰੇ ਮਰ ਜਾਓ। ਜੇ ਪਰਮਾਤਮਾ ਦਾ ਨਾਮ ਜਪਦੇ ਹਾਂ, ਅੰਮ੍ਰਿਤ ਵੇਲਾ ਸੰਭਾਲਦੇ ਹਾਂ, ਸੇਵਾ ਸਿਮਰਨ ਪਰਉਪਕਾਰ ਕਰਦੇ ਹਾਂ ਤੇ ਜੀਵਨ ਦੇ ਵਿੱਚ ਪ੍ਰਸੰਨਤਾ ਤੋਂ ਜਦੀ ਨਾਗਾ ਪੈ ਜਾਵੇ, ਆਲਸ ਆ ਜਾਏ, ਵਿਸਰ ਜਾਏ, ਇਸ਼ਨਾਨ ਵਿਸਰ ਜਾਏ, ਨਾਮ ਵਿਸਰ ਜਾਏ, ਸੇਵਾ ਸਿਮਰਨ ਵਿਸਰ ਜਾਏ, ਪਰਉਪਕਾਰ ਪੁੰਨ ਵਿਸਰ ਜਾਏ, ਤਾਂ ਫਿਰ ਮਹਾਰਾਜ ਕਹਿੰਦੇ ਕਿ ਮ੍ਰਿਤਿੂ ਵਰਗਾ ਭਾਈ ਮਨ ਦੇ ਵਿੱਚ ਸੋਗ ਆ ਜਾਂਦਾ, ਕੁਝ ਵੀ ਚੰਗਾ ਨਹੀਂ ਲੱਗਦਾ। ਪਰਮਾਤਮਾ ਦੇ ਪਿਆਰੇ ਨੂੰ ਪਰਮਾਤਮਾ ਦਾ ਪਿਆਰ ਹੀ ਚੰਗਾ ਲੱਗਦਾ। ਤੋ ਇਸੇ ਕਰਕੇ ਹੀ ਮਹਾਰਾਜ ਭਾਈ ਉਪਦੇਸ਼ ਕਰਦੇ ਨੇ ਕਿ ਗੁਰਮੁਖ ਪਿਆਰਾ ਜਿਹੜਾ ਹੁੰਦਾ ਉਹਦਾ ਜੀਵਨ ਦੇ ਵਿੱਚ ਸੱਚ ਹੀ ਆਧਾਰ ਹੁੰਦਾ, ਸੱਚੀ ਕਿਰਤ ਕਰਦਾ, ਮਨਸਾ ਬਾਚਾ ਕਰਮਾਂ ਕਰਕੇ ਉਹ ਪਰਮਾਤਮਾ ਦੇ ਨਾਲ ਜੁੜਿਆ ਹੁੰਦਾ, ਮਨ ਕਰਕੇ ਸਰਬੱਤ ਦਾ ਭਲਾ ਮੰਗਦਾ, ਬਾਣੀ ਕਰਕੇ ਸ਼ੁਭ ਬੋਲ ਬੋਲਦਾ ਔਰ ਕਰਮ ਕਰਕੇ ਭਾਈ ਉਹ ਸ਼ੁਭ ਕਿਰਤ ਕਰਦਾ। ਇਹੋ ਹੀ ਉਸ ਦਾ ਆਧਾਰ ਹੁੰਦਾ। ਭਾਵੇਂ ਕਿੰਨੇ ਵੀ ਮਨਮੁਖਾਂ ਦੇ ਵਿੱਚ ਹੋਵੇ, ਸੰਸਾਰ ਦੇ ਵਿੱਚ ਕਿੰਨਾ ਵੀ ਬਾਜ਼ਾਰ 'ਚ ਕੂੜ ਹੋਵੇ, ਕਪਟ ਹੋਵੇ, ਪਰ ਉਹਦੇ ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਉਹਦਾ ਸੱਚ ਆਧਾਰ ਹੁੰਦਾ। ਕੂੜ ਨਖੁੱਟੇ ਨਾਨਕਾ ਓੜਕ ਸੱਚ ਦੇ। ਤੋ ਇਹੋ ਹੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਦੇ ਪਿਆਰੇ ਦਾ ਜੀਵਨ ਹੁੰਦਾ।
ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਭਾਈ ਸਭ ਤੋਂ ਵੱਡੀ ਜਿਹੜੀ ਭੁੱਖ ਵਾ ਉਹ ਜੀਵ ਆਤਮਾ ਨੂੰ ਹੁੰਦੀ ਪ੍ਰਮਾਤਮਾ ਦਾ ਵਿਛੋੜਾ। ਵਿਛੋੜਾ नदी नाम संजोगी मेले, पत्ता टूटा डाल से लैगी पवन उड़ाए, अब के बिछड़े कहाँ बेचे पहुँचे कहाँ जाए पहुँचे जाए। महाराज कहते ने कि सूरज किरण मिली जल का जल हुआ राम, ज्योति जोत रली संपूर्ण थिया काम। कि भाई ਇਹ ਨਦੀ ਜਿਹੜੀ ਆ ਇਹ ਸਮੁੰਦਰ ਤੋਂ ਵਿਛੜੀ ਆ ਤੇ ਸਮੁੰਦਰ ਨੂੰ ਮਿਲਣ ਵਾਸਤੇ ਉਤਾਵਲੀ ਆ। ਇਸੇ ਤਰ੍ਹਾਂ ਹੀ ਅਗਨੀ ਸੂਰਜ ਤੋਂ ਵਿਛੜੀ ਆ ਤੇ ਅਗਨੀ ਸੂਰਜ ਵੱਲ ਨੂੰ ਦੌੜਦੀ ਆ। ਇਸੇ ਤਰ੍ਹਾਂ ਮਿੱਟੀ ਕਿੰਨੀ ਵੀ ਉੱਚੀ ਉੱਡ ਜਾਵੇ ਪਰ ਫਿਰ ਵੀ ਧਰਤੀ ਵੱਲ ਨੂੰ ਆਉਂਦੀ, ਕਿਉਂਕਿ ਧਰਤੀ ਤੋਂ ਵਿਛੜੀ ਆ। तो महाराज कहते कि जी जीव आत्मा ज्योति आ, ये वाहिगुरु परमात्मा तो विछड़ी है। उस वाहिगुरु परमात्मा दे नाल मिल के ही इनू संपूर्णता होनी है, इहदी भुख दूर होनी। जिहड़ा अंदर इहदे तृष्णा, चंचलता, शंका, दुबदा दूर करो लिवलाई। ये जिहड़े दुबदा शंके जियो मलीन है कि तो संजमित होता जाए। ਭਰਮ ਆ, ਇਹ ਸਾਰਾ ਦੁੱਖ ਵਾ ਵਿਛੋੜਾ। ਇਸ ਕਰਕੇ ਮਹਾਰਾਜ ਕਹਿੰਦੇ ਕਿ ਸੱਚਾ ਨਾਮ ਜਪਿਆ, ਸੱਚਾ ਜੀਵਨ ਕੀਤਾ, ਆਹਾਰ ਕੀਤਾ, ਵਿਵਹਾਰ ਕੀਤਾ, ਵਿਚਾਰ ਕੀਤਾ ਤੇ ਸੇਵਾ ਕੀਤੀ, ਸਿਮਰਨ ਕੀਤਾ, ਪਰਉਪਕਾਰ ਕੀਤਾ, ਦਾਨ ਕੀਤਾ, ਪੁੰਨ ਕੀਤਾ, ਭਲਾ ਕੀਤਾ, ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਹੋਈ। ਤੇ ਭਾਈ ਜੀਵ ਆਤਮਾ ਬ੍ਰਹਮ ਆਤਮਾ ਦੇ ਵਿੱਚ ਮਿਲ ਗਈ, ਪਰਮਾਤਮਾ ਦੇ ਵਿੱਚ ਲੀਨ ਹੋ ਗਈ। ਬ੍ਰਹਮ ਤੇ ਜਨ, ਜਨ ਤੇ ਪਾਰ ਬ੍ਰਹਮ, ਇੱਕ ਹੀ ਆਪ ਨਹੀਂ ਕੋਈ ਭ੍ਰਮ। ਜਨਮ ਤੋਂ ਪਹਿਲਾਂ ਵੀ ਬ੍ਰਹਮ ਸੀ, ਲੇਕਿਨ ਸੰਸਾਰ ਤੇ ਆਣ ਕੇ ਤੇ ਮਾਇਆ ਦਾ ਚੱਕਰ ਪੈ ਗਿਆ, ਪਰਮਾਤਮਾ ਤੋਂ ਵਿਛੜ ਗਿਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ। परमात्मा तो विछड़ गया तो जीव आत्मा के रूप में प्रगट हो गया। फिर संगत की, सेवा की, सिमरन किया तो फिर परमात्मा का ज्ञान हो गया तो फिर भाई पार ब्रह्म बन गया। पार ब्रह्म, ब्रह्म ते जन, जन ते पार ब्रह्म। पार ब्रह्म का मतलब कि शरीर करके ब्रह्म आत्मा का साक्षात्कार भी हो गया और बुद्धि करके संसार की मर्यादा का भी उन्होंने भाई पता। तो इस करके महाराज कहते हैं कि भाई जीव आत्मा वाहिगुरु परमात्मा दे विच मिल गई आ तो मानो सारियां ही भुखां दूर हो गई। कर सांत सुख मन आए वसिया, जिन इच्छा सब पुजाइयां। इसे ही सच ਨੂੰ ਆਧਾਰ ਬਣਾਇਆ। ਘਰ ਦੇ ਵਿੱਚ ਸੱਚੀ ਕਿਰਤ ਆਈ, ਕਿਉਂਕਿ ਕਿਰਤ ਤੋਂ ਵਿਛੜਿਆ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਜੇਕਰ ਮੈਲੀ ਕਿਰਤ ਹੋਵੇਗੀ ਤੇ ਉਸ ਕਿਰਤ ਨੂੰ ਘਰ ਦੇ ਵਿੱਚ ਜੋ ਵੀ ਭੋਜਨ ਪ੍ਰਸ਼ਾਦ ਖਾਊਗਾ ਤੇ ਭਾਈ ਮਤੀ ਭ੍ਰਿਸ਼ਟ ਹੋਏਗੀ, ਕਲੇਸ਼ ਆਏਗਾ ਘਰ ਦੇ ਵਿੱਚ। तो इस करके महाराज कहते हैं कि भाई सच्चा जीवन करन दे नाल पवित्र साइड जीवन दे विच लैण करके घर दे विच सुख आया ते मन दे विच शांति आई। जदों वाहिगुरू परमात्मा की प्राप्ति हो गई ते भाई घर विच सुख आया, मन दे विच शांति आई ਤੇ ਮਹਾਰਾਜ ਕਹਿੰਦੇ ਨੇ ਕਿ ਇੱਛਾ ਸਭ ਪੁਜਾਈਆਂ। ਇੱਛਾ ਸਾਰੀਆਂ ਪੂਰੀਆਂ ਹੋ ਗਈਆਂ। ਗੁਰਮੁਖ ਪਿਆਰੇ ਜਿਹੜੇ ਪਰਮਾਤਮਾ ਦੇ ਪਿਆਰੇ ਨੇ ਭਾਈ,
ਉਹਨਾਂ ਦੀਆਂ ਇੱਛਾ ਵਾਹਿਗੁਰੂ ਪਰਮਾਤਮਾ ਨਿਵਰਤ ਕਰ ਦਿੰਦਾ, ਔਰ ਨਿਵਰਤ ਇੱਛਾ ਹੀ ਪੂਰੀਆਂ ਹੁੰਦੀਆਂ। ਸੰਸਾਰ ਦੇ ਵਿੱਚ ਪਰਮਾਤਮਾ ਦਾ ਪ੍ਰਕਾਸ਼ ਹੋਣ ਕਰਕੇ ਜਿਹੜੀਆਂ ਸੰਸਾਰ ਦੀਆਂ ਇੱਛਾ ਸੀਗੀਆਂ ਉਹ ਨਿਵਰਤ ਹੋ ਗਈਆਂ, ਤੋ ਮਨ ਨੂੰ ਸੰਤੁਸ਼ਟੀ ਆ ਗਈ। ਇਹੋ ਹੀ ਇੱਛਾ ਪੂਰੀਆਂ ਹੁੰਦੀਆਂ। ਤੋ ਇਹੋ ਹੀ ਮਹਾਰਾਜ ਉਪਦੇਸ਼ ਕਰਦੇ ਆ ਕਿ ਭਾਈ ਸਤ ਚਿੱਤ ਆਨੰਦ ਸਰੂਪ ਦੀ ਪ੍ਰਾਪਤੀ ਕਰਨੀ ਹੈ। ਇਹ ਜੀਵਨ ਦੇ ਵਿੱਚ ਇਹੋ ਹੀ ਮਕਸਦ ਆ ਕਿ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਆ। ਮਨ ਦੇ ਵਿੱਚ ਜਿੰਨੇ ਵੀ ਸ਼ੰਕੇ ਨੇ, ਜਿੰਨੀਆਂ ਵੀ ਇੱਛਾਵਾਂ ਨੇ, ਉਹ ਸੰਸਾਰ ਨਾਲ ਜੋੜਦੀਆਂ, ਉਹ ਜੀਵਨ ਦਾ ਪਤਨ ਕਰਦੀਆਂ। ਤੇ ਜਦੋਂ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਸਾਰੀਆਂ ਇੱਛਾ ਨਿਵਰਤ ਹੋ ਜਾਂਦੀਆਂ, ਮਨ ਸ਼ਾਂਤ ਹੋ ਜਾਂਦਾ। ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ। ਭਾਈ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਗੁਰੂ ਤੋਂ ਕੁਰਬਾਨ ਹੋਣਾ ਪੈਂਦਾ। ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨੇ ਪਾਈਏ। ਤੋ ਕੁਰਬਾਨ ਹੋ ਕੇ ਹੀ ਪ੍ਰਸੰਨਤਾ ਮਿਲਦੀ ਹੈ। ਕਿਸ ਤਰ੍ਹਾਂ ਗੁਰੂ ਅਮਰਦਾਸ ਸੇਵਾ ਕਰਦੇ ਨੇ, ਗਾਗਰ ਦੇ ਨਾਲ ਪਹਿਲੋਂ ਜਲ ਲਿਆਣ ਕੇ ਸੇਵਾ ਕਰਦੇ ਨੇ, ਫਿਰ ਆਪ ਇਸ਼ਨਾਨ ਕਰਦੇ ਨੇ, ਫਿਰ ਭਗਤੀ ਕਰਦੇ ਨੇ, ਫਿਰ ਦਿਨੇ ਲੰਗਰ ਦੀ ਸੇਵਾ ਕਰਦੇ ਨੇ। ਗੁਰੂ ਮਹਾਰਾਜ ਨੂੰ ਪ੍ਰਸੰਨ ਕੀਤਾ। ਤੋ ਇਹੋ ਹੀ ਮਹਾਰਾਜ ਕਹਿੰਦੇ ਨੇ ਕਿ ਭਾਈ ਇਹ ਸਾਰੀਆਂ ਗੁਰੂ ਦੀਆਂ ਵਡਿਆਈਆਂ, ਉਹਦੀ ਸੇਵਾ ਕੀਤੀ ਆ ਤਾਂ ਹੀ ਪਰਮੇਸ਼ਰ ਪਰਮਾਤਮਾ ਦੀ ਪ੍ਰਾਪਤੀ ਹੋਈ। ਤੋ ਜਦੋਂ ਵਿਆਹ ਸ਼ਾਦੀ ਦੇ ਵਿੱਚ ਝੋਲੀ ਦੇ ਵਿੱਚ ਪਿਆਰ ਵਜੋਂ ਪੈਸੇ ਪਾਉਂਦੇ ਆ, ਵੱਡਾ ਨੋਟ ਜਦੋਂ ਝੋਲੀ 'ਚ ਪਾ ਦਿੰਦੇ ਆ ਤੇ ਛੋਟਾ ਨੋਟ ਸਿਰ ਦੇ ਉੱਤੋਂ ਦੀ ਘੁਮਾ ਕੇ ਤੇ ਉੱਤੇ ਨੂੰ ਸਿੱਟ ਦਿੰਦੇ ਆ, ਵਾਰ ਨੇ ਉੱਤੇ ਨੂੰ ਸਿੱਟ ਦਿੰਦੇ ਆਕਾਸ਼ ਵਿੱਚ। ਤੇ ਉਹ ਪੈਸੇ ਜਿਹੜੇ ਹੈਗੇ ਆ ਉਹ ਥੱਲੇ ਡਿੱਗਣ ਤੋਂ ਪਹਿਲੋਂ ਹੀ ਜਿਹੜੇ ਕੋਲ ਖੜੋਤੇ ਹੁੰਦੇ ਉਹ ਚੁੱਕ ਲੈਂਦੇ ਆ, ਬੁੱਝ ਲੈਂਦੇ ਆ। ਤੋ ਇਸ ਕਰਕੇ ਜਦੋਂ ਸਿਰ ਦੇ ਉੱਤੋਂ ਦੀ ਘੁਮਾ ਕੇ ਤਾਂ ਸਿੱਟ ਦਿੱਤੇ ਤੇ ਫਿਰ ਉਹਦਾ ਉੱਤੇ ਕੋਈ ਅਧਿਕਾਰ ਨਹੀਂ, ਸਿੱਟਣ ਵਾਲੇ ਦਾ ਕੋਈ ਅਧਿਕਾਰ ਨਹੀਂ। ਹੁਣ ਉਹਨੂੰ ਜਿਹੜਾ ਮਰਜ਼ੀ ਬੁੱਝ ਲੇ। ਇਸ ਕਰਕੇ ਜਦੋਂ ਚੀਜ਼ ਵਾਰ ਦਿੱਤੀ ਜਾਂਦੀ ਹੈ ਫਿਰ ਉਹਦੇ ਤੇ ਅਧਿਕਾਰ ਨਹੀਂ ਰਹਿੰਦਾ। ਜਦੋਂ ਮਹਾਰਾਜ ਦੇ ਸਥਾਨ ਤੇ ਜਾ ਕੇ ਸਰੋਵਰ ਦੀ ਪਰਿਕਰਮਾ ਕਰਦੀ ਹੈ ਸੰਗਤ, ਤੇ ਪਰਿਕਰਮਾ ਕਰਨ ਦਾ ਵੀ ਮਤਲਬ ਅਰਥ ਇਹੋ ਹੀ ਹੁੰਦਾ ਕਿ ਮਹਾਰਾਜ ਮੈਂ ਸਭ ਕੁਝ ਤੁਹਾਡੇ ਉੱਤੋਂ ਦੀ ਵਾਰ ਦਿੱਤਾ, ਹੁਣ ਇਸ ਤਨ ਮਨ ਧਨ ਦੇ ਉੱਤੇ ਮੇਰਾ ਕੋਈ ਅਧਿਕਾਰ ਨਹੀਂ। ਇਹ ਹੁਣ ਤੁਸੀਂ ਹੀ ਇਹਨੂੰ ਸੰਭਾਲਣਾ, ਤੁਸੀਂ ਹੀ ਸਮਤੀ ਦੇਣੀ ਆ। ਤੋ ਮਹਾਰਾਜ ਇਹੋ ਹੀ ਉਪਦੇਸ਼ ਕਰਦੇ ਆ। आपे किया कराया आपे करने जोग, नानक एके रब रहया दूसर हुआ न होग। ਇਹੋ ਹੀ ਅਸ਼ਟਾਵਕਰ ਜੀ ਨੇ ਰਾਜੇ ਜਨਕ ਦੇ ਕੋਲੋਂ ਮੰਗਿਆ ਸੀ ਕਿ ਰਾਜਨ ਤੈਨੂੰ ਕੁਛ ਨਾ ਕੁਛ ਦੇਣਾ ਪੈਣਾ। ਤੋ ਉਹ ਵਾਹਿਗੁਰੂ ਪਰਮਾਤਮਾ ਆਪ ਹੀ ਦਇਆ ਕਰਕੇ ਇਹ ਸਬੱਬ ਬਣਾਉਂਦਾ। ਤੋ ਮਹਾਰਾਜ ਕਹਿੰਦੇ ਨੇ ਕਿ ਇਹ ਵਡਿਆਈਆਂ ਵਾ,
ਸਾਧ ਸੰਗਤ ਜਿਹੜਾ ਪਿੱਛੇ ਰਹਿ ਕੇ ਸੇਵਾ ਕਰਦਾ ਉਹ ਵਾਹਿਗੁਰੂ ਨੂੰ ਜ਼ਿਆਦਾ ਪਿਆਰਾ ਹੁੰਦਾ। ਹਰ ਕਾ ਭਗਤ ਪ੍ਰਗਟ ਨਹੀਂ ਛਪੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਦੇ ਵਿੱਚ ਵੇਈ ਨਦੀ ਦੇ ਕਿਨਾਰੇ 14-15 ਸਾਲ ਤਪੱਸਿਆ ਕੀਤੀ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਬੇ ਬਕਾਲੇ ਭੋਰੇ ਦੇ ਵਿੱਚ 26-27 ਸਾਲ ਤਪੱਸਿਆ ਕੀਤੀ ਤੇ ਭਾਈ ਕਿੰਨਾ ਸਿਦਕ ਰੱਖਿਆ, ਸੰਤੋਖ ਰੱਖਿਆ। ਗੱਦੀ ਭਾਵੇਂ ਭਰਾ ਦੇ ਪੁੱਤਰ ਦੇ ਕੋਲ ਆ, ਉਸ ਤੋਂ ਬਾਅਦ ਗੱਦੀ ਭਰਾ ਦੇ ਪੋਤੇ ਕੋਲ ਆ ਗਈ, ਪਰ ਫਿਰ ਵੀ ਸਬਰ ਰੱਖਿਆ, ਸੰਤੋਖ ਰੱਖਿਆ, ਤਪੱਸਿਆ ਕਰਦੇ ਗਏ, ਮਨ ਦੇ ਵਿੱਚ ਕੋਈ ਸ਼ੰਕਾ ਨਹੀਂ ਕੀਤੀ, ਪ੍ਰਮਾਤਮਾ ਦਾ ਹੁਕਮ ਰਜਾ ਮਿੱਠਾ ਕਰਕੇ ਮੰਨਿਆ ਤੇ ਫਿਰ ਗੱਦੀ ਪੋਤੇ ਤੋਂ ਫਿਰ ਗੱਦੀ ਦਾਦੇ ਕੋਲ ਆਈ, ਫਿਰ ਬਾਬੇ ਬਕਾਲੇ ਆਈ, ਫਿਰ ਗੁਰੂ ਸਾਹਿਬ ਪ੍ਰਗਟ ਹੋਏ। ਤੋ ਜਿੰਨਾ ਜ਼ਿਆਦਾ ਭੋਰੇ ਵਿੱਚ ਬੈਠ ਕੇ ਭਗਤੀ ਕੀਤੀ ਹੈ ਉਨਾ ਹੀ ਜ਼ਿਆਦਾ ਉਹਨਾਂ ਦਾ ਨਾਮ ਰੌਸ਼ਨ ਹੋ ਗਿਆ। ਮਹਾਰਾਜ ਕਹਿੰਦੇ ਕਿ ਦੇਖੋ ਕਈ ਪੰਛੀ ਇਹੋ ਜਿਹੇ ਹੁੰਦੇ ਆ, ਬੜੇ ਦੁਰਲੱਭ ਕਿਸਮ ਦੇ ਹੁੰਦੇ ਆ, ਉਹਨਾਂ ਨੂੰ ਦੇਖਣ ਵਾਸਤੇ ਅੱਖਾਂ ਤਰਸ ਜਾਂਦੀਆਂ। ਜਿਵੇਂ ਮੋਰ ਆ, ਕੋਇਲ ਆ, ਬਾਜ ਆ, ਕਮਾਦੀ ਕੁੱਕੜ ਆ, ਕਾਲਾ ਤਿੱਤਰ ਆ, ਇਹ ਜਿਹੜੇ ਜਾਨਵਰ, ਗਰੁੜ ਆ, ਇਹ ਜਾਨਵਰ ਜਿਹੜੇ ਆ ਇੰਨੇ ਦੁਰਲੱਭ ਹੁੰਦੇ ਆ ਕਿ ਲੁਕ ਕੇ ਰਹਿੰਦੇ ਆ, ਵੱਡੀਆਂ ਵੱਡੀਆਂ ਫਸਲਾਂ ਦੇ ਵਿੱਚ ਰਹਿੰਦੇ ਆ, ਸਾਹਮਣੇ ਨਹੀਂ ਆਉਂਦੇ। ਤੇ ਜੇ ਕਿਤੇ ਸਾਹਮਣੇ ਆ ਜਾਣ ਤੇ ਦੁਨੀਆ ਖਲੋ ਖਲੋ ਕੇ ਇਹਨਾਂ ਨੂੰ ਵੇਖਦੀ ਆ। ਇਹਨਾਂ ਦੇ ਉੱਤੇ ਸੁੰਦਰਤਾ ਇੰਨੀ ਜ਼ਿਆਦਾ ਹੁੰਦੀ ਹੈ। ਔਰ ਕਦੀ ਇਹ ਜਾਨਵਰ ਦਿਸ ਜਾਵੇ ਤੇ ਬਹੁਤ ਮਨ ਨੂੰ ਪ੍ਰਸੰਨਤਾ ਹੁੰਦੀ ਹੈ, ਕਿਉਂਕਿ ਇਹਨਾਂ ਦੀਆਂ ਆਵਾਜ਼ਾਂ ਜਿਹੜੀਆਂ ਹੈਗੀਆਂ ਉਹ ਬਹੁਤ ਮਿੱਠੀਆਂ, ਇਹਨਾਂ ਦੇ ਜਿਹੜੀ ਰੰਗ ਰੂਪ ਆ ਉਹ ਬਹੁਤ ਪਰਮਾਤਮਾ ਨੇ ਸੁੰਦਰ ਬਣਾਇਆ। ਤੋ ਇਹ ਲੁਕ ਕੇ ਰਹਿੰਦੇ ਜਾਨਵਰ ਪਰ ਜ਼ਿਆਦਾ ਪ੍ਰਿਆ ਨੇ, ਜ਼ਿਆਦਾ ਸੁੰਦਰ ਲੱਗਦੇ ਨੇ। ਤੇ ਜਿਹੜੇ ਜਾਨਵਰ, ਚਿੜੀ ਹੋ ਗਈ, ਘੁੱਗੀ ਹੋ ਗਈ, ਕਬੂਤਰ ਹੋ ਗਿਆ, ਗਟਾਰ ਹੋ ਗਈ, ਕਾਂ ਹੋ ਗਿਆ, ਇਹ ਆਮ ਹੀ ਬਨੇਰਿਆਂ ਕੰਧਾਂ ਦੇ ਬਹਿ ਕੇ ਰੌਲਾ ਪਾਉਂਦੇ ਰਹਿੰਦੇ ਨੇ ਤੇ ਲੋਕੀ ਬਹੁਤ ਆਵਾਜ਼ਾਰ ਹੋ ਜਾਂਦੇ ਨੇ ਤੇ ਇਹਨਾਂ ਨੂੰ ਉਡਾਉਂਦੇ ਰਹਿੰਦੇ ਨੇ। ਇਹ ਕਿੱਥੇ ਆ ਗਏ ਕਾਂ, ਇਹ ਕਿੱਥੇ ਆ ਗਏ ਰੌਲਾ ਪਾਉਣ ਵਾਸਤੇ। ਇਹਨਾਂ ਨੂੰ ਕੋਈ ਦੇਖ ਕੇ ਰਾਜੀ ਨਹੀਂ, ਇਹਨਾਂ ਨੂੰ ਕੋਈ ਘਰ ਨਹੀਂ ਵੜਨ ਦਿੰਦਾ। ਕਿਉਂ? ਇਸੇ ਕਰਕੇ ਇਹ ਦੁਰਲੱਭ ਨਹੀਂ ਹੈਗੇ। ਤੋ ਭਾਈ ਮਹਾਰਾਜ ਕਹਿੰਦੇ ਨੇ ਕਿ ਭਾਈ ਗੁਣ ਕਰ, ਸੇਵਾ ਕਰ, ਸਿਮਰਨ ਕਰ, ਪਰਉਪਕਾਰ ਕਰ, ਭਲਾ ਕਰ, ਦਾਨ ਕਰ, ਦਇਆ ਕਰ, ਪਰ ਵਿਖਾਵਾ ਨਾ ਕਰ। ਸੰਗਤ ਦੇ ਪਿੱਛੇ ਜੋੜੇ ਝਾੜ ਤੇ ਤੂੰ ਵੀ ਭਾਈ ਦੁਰਲੱਭ ਹੋ ਜਾਵੇਂਗਾ। ਤੋ ਇਹੋ ਹੀ ਮਹਾਰਾਜ ਕਹਿੰਦੇ ਨੇ ਕਿ ਇਹ ਵਡਿਆਈ ਆ ਕਿ ਜੇ ਵਾਹਿਗੁਰੂ ਪਰਮਾਤਮਾ ਦਾ ਨਾਮ ਨਹੀਂ ਹੈਗਾ ਤੇ ਕੁਝ ਵੀ ਨਹੀਂ ਹੈਗਾ। ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ, ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ, ਚੰਗਾ ਨਾਂ ਰਖਾਏ ਕੇ ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨ ਪੁੱਛੇ ਕੇ। ਜੇ ਇੰਨੇ ਕੁਛ ਵੀ ਹੋ ਜਾਵੇ, ਦੁਨੀਆ ਨਾਲ ਚੱਲ ਪਵੇ, ਪਰ ਜੇ ਸਤ ਨਹੀਂ ਨਾਲ, ਜੇ ਵਾਹਿਗੁਰੂ ਪਰਮਾਤਮਾ ਦਾ ਨਾਮ ਨਹੀਂਗਾ, ਸੇਵਾ ਸਿਮਰਨ ਪਰਉਪਕਾਰ ਨਹੀਂਗਾ, ਦਇਆ ਨਹੀਂਗੀ, ਤੇ ਫਿਰ ਮਹਾਰਾਜ ਕਹਿੰਦੇ ਪਰਮਾਤਮਾ ਦੀ ਨਿਗਾਹ ਦੇ ਵਿੱਚ ਕੁਝ ਵੀ ਨਹੀਂ ਹੈਗਾ, ਕੀੜਿਆਂ ਦਾ ਕੀੜਾ ਹੀ ਆ। ਤੋ ਇਹ ਜਿਹੜੀ ਵਡਿਆਈ ਸਾਰੀ ਹੈਗੀ ਆ, ਇਹ ਵਡਿਆਈ ਗੁਰੂ ਦੀ ਆ। ਗੁਰੂ ਦੀ ਸੇਵਾ ਕਰਨ ਤੋਂ ਹੀ ਇਹ ਵਡਿਆਈ ਪ੍ਰਾਪਤ ਹੋਈ ਹੈ। ਤੋ ਭਾਈ ਮਹਾਰਾਜ ਜੀ ਕਹਿੰਦੇ ਨੇ ਕਿ ਕੁਰਬਾਨ ਜਾਓ, ਬਲਿਹਾਰੇ ਜਾਓ ਗੁਰੂ ਮਹਾਰਾਜ ਤੋਂ, ਜਿਹਦੀ ਕਿਰਪਾ ਦ੍ਰਿਸ਼ਟੀ ਦੇ ਨਾਲ, ਦਇਆ ਦ੍ਰਿਸ਼ਟੀ ਦੇ ਨਾਲ
ਏਡੀ ਉੱਚੀ ਪਦਵੀ ਪ੍ਰਾਪਤ ਹੋਈ ਆ ਮਨੁੱਖਾ ਦੇਹੀ ਦੇ ਵਿੱਚੋਂ, ਜੀਵਨ ਮੁਕਤ ਹੋਇਆ, ਗੁਣ ਮਿਲੇ ਨੇ, ਤੋ ਸਦਾ ਹੀ ਵਾਹਿਗੁਰੂ ਪ੍ਰਮਾਤਮਾ ਜੀ ਨੂੰ ਔਰ ਗੁਰੂ ਨੂੰ ਭਾਈ ਬਲਿਹਾਰੇ ਜਾਣਾ ਚਾਹੀਦਾ, ਉਹਦਾ ਸ਼ੁਕਰ ਕਰਨਾ ਚਾਹੀਦਾ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਤਰਹੋ ਪਿਆਰੋ। ਤੋ ਗੁਰੂ ਮਹਾਰਾਜ ਸਾਧਕਾਂ ਨੂੰ ਉਪਦੇਸ਼ ਕਰਦੇ ਨੇ, ਜਿਹੜੇ ਸਾਧਨਾ ਕਰਨ ਵਾਲੇ ਨੇ, ਕਿ ਭਾਈ ਗੁਰੂ ਮਹਾਰਾਜ ਦੇ ਸ਼ਬਦ ਨੂੰ ਪਿਆਰ ਦੇ ਨਾਲ ਧਾਰਨ ਕਰੋ, ਵਿਚਾਰ ਨੂੰ ਧਾਰਨ ਕਰੋ ਕਿ ਕਿਸ ਤਰ੍ਹਾਂ ਉਹਨਾਂ ਨੇ ਪ੍ਰਾਪਤ ਕੀਤਾ ਤੇ ਕਿਸ ਤਰ੍ਹਾਂ ਮੈਂ ਕਰਨਾ ਵਾ। ਸਰਵਣ ਮੰਨਣ ਨਿਧਿਆਸਣ, ਕੱਲਾ ਸਰਵਣ ਕਰਨ ਦੇ ਨਾਲ ਕੁਝ ਨਹੀਂ ਬਣਦਾ, ਕੱਲਾ ਮੰਨਣ ਕਰਨ ਦੇ ਨਾਲ ਨਿਧਿਆਸਣ ਨਹੀਂ ਮੰਨਣ ਕਰਨ ਦੇ ਨਾਲ ਕੁਝ ਨਹੀਂ ਬਣਦਾ, ਨਿਧਿਆਸਣ ਵੀ ਕਰਨਾ ਪੈਂਦਾ। ਤੋ ਇਹ ਬਾਣੀ ਜਿਹੜੀ ਹੈਗੀ ਆ, ਇਹਨੂੰ ਹਿਰਦੇ 'ਚ ਵਸਾਉਣਾ ਔਰ ਹਿਰਦੇ 'ਚ ਵਸਾ ਕੇ ਇਹਦੇ ਨਾਲ ਵਿਚਾਰ ਕਰਨੀ, ਇਹ ਸਾਖਸ਼ਾਤ ਗੁਰੂ ਨਾਨਕ ਦੇਵ ਜੀ ਆਪ ਨੇ, ਗੁਰੂ ਮਹਾਰਾਜ ਆਪ ਨੇ ਇਉਂ ਸਮਝਣਾ। ਤੋ ਮਹਾਰਾਜ ਕਹਿੰਦੇ ਕਿ ਇਹ ਜਿਹੜਾ ਸ਼ਬਦ ਵਾ, ਇਹ ਸ਼ਬਦ ਜਿਹੜਾ ਗੁਰਬਾਣੀ ਦਾ, ਇਹਨੂੰ ਪਿਆਰ ਦੇ ਨਾਲ ਪੜੂਗਾ, ਸੇਵਾ ਸਿਮਰਨ ਕਰੂਗਾ, ਤੇ ਇਹੋ ਹੀ ਸ਼ਬਦ ਬ੍ਰਹਮ ਸ਼ਬਦ ਬਣ ਜਾਂਦਾ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸਰੂਪ ਬਣ ਜਾਂਦਾ। ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ, ਏਕ ਸ਼ਬਦ ਮੇਰੇ ਪ੍ਰਾਨ ਬਸਤਾ ਬਹੁਰ ਜਨਮ ਨਾਮ। ਇੱਕ ਸ਼ਬਦ ਜਿਹੜਾ ਸਤ ਚਿਤ ਆਨੰਦ ਸਰੂਪ ਪਰਮਾਤਮਾ, ਭਾਈ ਉਹ ਸ਼ਬਦ ਸਰੂਪ ਬਣ ਜਾਂਦਾ। ਜਦੋਂ ਹਿਰਦੇ ਵਿੱਚ ਪਿਆਰ ਦੇ ਨਾਲ ਇਸ ਨੂੰ ਧਾਰਨ ਕਰਦਾ, ਇਹਦੇ ਤੇ ਅਮਲ ਕਰਦਾ, ਤੋ ਇਹੋ ਹੀ ਵਾਹਿਗੁਰੂ ਪ੍ਰਮਾਤਮਾ ਦਾ ਰੂਪ ਹੋ ਜਾਂਦਾ। ਸਾਚਾ ਨਾਮ ਮੇਰਾ ਆਧਾਰੋ। ਤੋ ਮਹਾਰਾਜ ਕਹਿੰਦੇ ਨੇ ਭਾਈ ਮੈਂ ਵੀ ਸੱਚ ਨੂੰ ਧਾਰਨ ਕੀਤਾ ਤੇ ਤੁਸੀਂ ਵੀ ਕਰੋ। ਇਹੋ ਹੀ ਜੀਵ ਦਾ ਆਧਾਰ ਆ। ਜੀਵ ਨੂੰ ਸ਼ਾਂਤੀ ਮਿਲਣੀ ਤੇ ਇੱਥੋਂ ਹੀ ਮਿਲਣੀ ਆ, ਸੁੱਖ ਮਿਲਣਾ ਇੱਥੋਂ ਹੀ ਮਿਲਣਾ, ਮੁਕਤੀ ਮਿਲਣੀ ਇੱਥੋਂ ਹੀ ਮਿਲਣੀ ਆ। ਨਿੰਦਿਆ ਚੁਗਲੀ ਈਰਖਾ ਵਖੀਲੀ ਰਾਗ ਦਵੇਸ਼ ਕਰਕੇ ਜਿਹੜਾ ਜੀਵ ਨੂੰ ਸਕੂਨ ਆਉਂਦਾ, ਇਹ ਨਰਕਾਂ ਦਾ ਕਾਰਨ ਹੁੰਦਾ। ਕਿਸੇ ਦੀ ਲੜਾਈ ਝਗੜਾ, ਕਿਸੇ ਦਾ ਕੁਝ ਵੀ ਘਾਟਾ ਪੈ ਕੇ ਜਿਹੜਾ ਮਨੁੱਖ ਨੂੰ ਖੁਸ਼ੀ ਆਉਂਦੀ ਆ, ਉਹ ਖੁਸ਼ੀ ਨਰਕਾਂ ਦਾ ਕਾਰਨ ਹੁੰਦਾ ਵਾ। ਕਹਿੰਦੇ ਕਿ ਪਰਮੇਸ਼ਰ ਪਰਮਾਤਮਾ ਜੀ ਦਾ ਪਿਆਰਾ ਸੱਚ ਦੇ ਉੱਤੇ ਹੁੰਦਾ। ਭਾਈ ਉਹ ਸੇਵਾ ਕਰਦਾ, ਸਿਮਰਨ ਕਰਦਾ, ਸਾਰਿਆਂ ਨਾਲ ਇੱਕੋ ਜਿਹਾ ਵਿਵਹਾਰ ਕਰਦਾ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਤਜ ਅਹੰਕਾਰ, ਬਹੁਤਾ ਨਹੀਂ ਬੋਲਣਾ। ਤੋ ਇਹੋ ਹੀ ਉਹਦਾ ਜੀਵਨ ਦਾ ਆਧਾਰ ਹੁੰਦਾ ਕਿ ਉਹ ਨਾਮ ਜਪਦਾ, ਸੇਵਾ ਕਰਦਾ, ਸਿਮਰਨ ਕਰਦਾ, ਪਰਉਪਕਾਰ ਕਰਦਾ, ਦਇਆ ਕਰਦਾ, ਤੇ ਭਾਈ ਜੀਵਨ ਦੇ ਵਿੱਚ ਉਹ ਪਰਮਾਤਮਾ ਨੂੰ ਪਾਉਂਦਾ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।